बाकी हुण रह गई कापी पैसन चक लो वीर जी, गल्लां अल्लाह दे हुक्म नाल इंशाअल्लाह पायदार दसांगे, 2 नंबर गल नहीं दसदे। ते नुक्सा भाजी नोट कर लैण, यह साडी देसी गोली परवाज वाली अल्लाह दे हुक्म नाल कदे दुनिया याद करेगी खलो खलो के, अल्लाह दे हुक्म नाल खलोना पऊगा। मैं क्या खलोना पेगा, जे किसे होए हलाली खून दे ते दवा भी जरूर देणगे आपां नूं। यार उंज मैं एक गल तैनूं दस्सां रब नूं, हाँ जी गल्ला साडा वे लोग धक्के नाल ही लम्मा हो जांदा, बंदा करे की ਇਹ ਲਾਉਣਾ ਪੈਂਦਾ 5-6 ਪਾੜਾਂ ਚ हाँ हाँ जी हाँ जी ਗੱਲ ਇਹ ਵਾ ਕਿ ਅਸੀਂ ਗੱਲਾਂ ਵੀ ਸਹੀ ਦੱਸਨੇ ਆ हाँ जी ਤੇ ਯਕੀਨ ਕਰਕੇ ਜਿਹੜੀਆਂ ਜਿਹੜੇ ਵੀਰ ਵੇਖਣ ਦੇ ਨਾ ਆਪਾਂ ਨੂੰ ਪਿਆਰ ਵੀ ਬਹੁਤ ਕਰਦੇ। नहीं नहीं बंदे प्यार करदे च कोई शक ਹਾਂ ਇਹ ਯਕੀਨ ਕਰਕੇ ਜਿਹੜੀ ਮੈਂ ਦਿਲੋਂ ਰਾਜੀ ਆ, ਜੱਟਾਂ ਦੇ ਚੈਨਲ ਦੀ ਦੁਨੀਆ ਫੈਨ ਜ਼ਰੂਰ ਹੋ। नहीं 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 गल सुन ला, जटां नूं लै करदी दुनिया, ਇਦਾਂ ਹੀ ਇਹ ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਤੇ ਗੱਲ ਇਹ ਕਿ ਅਸੀਂ ਆਪਾਂ ਇਹਨਾਂ ਭਰਾਵਾਂ ਦੇ ਪੂਰੇ ਰਾਜੀ ਆ, हाँ जी ਪੂਰੇ ਮੈਂ ਦਿਲ ਤੱਕ ਰਾਜੀ ਆ। ਭਾਈ ਸ਼ਾਹ ਦੇ ਇੱਕ ਬੰਦੇ ਨੇ ਮੈਨੂੰ ਚੜ੍ਹਦੇ ਪੰਜਾਬ ਤੋਂ ਫੋਨ ਕੀਤਾ, ਅੱਛਾ ਮੇਰਾ ਜੱਟ ਭਰਾ ਸੀ ਉਹ, ਹਾਂ ਸਰਦਾਰ ਭਰਾ, ਹਾਂ ਉਹਨੇ ਮੈਨੂੰ ਫੋਨ ਕੀਤਾ, ਉਹਨੇ ਕਿਹਾ ਮੈਂ ਤੇਰੇ ਪਿੰਡ ਬਰਿਆਰਾਂ ਚ ਬੋਲਦਾ। ਅੱਛਾ ਮੈਂ ਕਿਹਾ ਜਾ, ਦਿਲ ਖੁਸ਼ ਕੀਤਾ। ਅੱਛਾ ਮੈਂ ਕਿਹਾ ਯਾਰ ਸਾਡੇ ਵਡੇਰੇ ਦੱਸਦੇ ਹੁੰਦੇ ਸੀ ਸਾਡਾ ਮਸਜਿਦ ਕੱਚੀ ਦੇ ਲਾਗੇ ਘਰ ਸੀ। ਹਾਂ ਉਹਨੇ ਕਿਹਾ ਫਿਰ ਤੂੰ ਤੇ ਜੱਟਾ ਪਹੁੰਚ ਗਿਆ। ਮੈਂ ਕੀ, ਉਹਨੇ ਕਿਹਾ ਕੱਚੀ ਮਸਜਿਦ ਅਜੇ ਵੀ ਮੌਜੂਦ ਆ, ਆਏ ਹਾਏ 5 ਮਿੰਟਾਂ 'ਚ ਤੈਨੂੰ ਮੈਂ ਵੀਡੀਓ ਬਣਾ ਕੇ ਭੇਜਦਾ, ਤੇਰੇ ਪਿੰਡ ਦੀ ਵੀ ਤੇਰੀ ਕੱਚੀ ਮਸਜਿਦ ਦੀ ਵੀ। ਆਏ ਮੈਂ ਕਿਹਾ ਉਹਦੇ ਨਾਲ ਸਾਡਾ ਘਰ ਕੰਧ ਸਾਂਝੀ ਸੀ ਇੰਡੀਆ 'ਚ ਵੀ ਸਾਡੀ ਉਸ ਕੱਚੀ ਮਸਜਿਦ ਦੇ ਲਾਗੇ। ਅੱਛਾ ਯਕੀਨ ਕਰੋ ਮੈਂ ਸਲੂਟ ਪੇਸ਼ ਕਰਦਾ ਉਹਨਾਂ ਸਰਦਾਰਾਂ ਨੂੰ ਜਿਨ੍ਹਾਂ ਨੇ ਅੱਜ ਵੀ ਮਸਜਿਦ ਦੀ ਹਿਫਾਜ਼ਤ ਕੀਤੀ ਔਰ ਸਾਂਭ ਕੇ ਰੱਖੀ ਆ, ਆਏ ਉਹਦੀ ਮੇਨਟੇਨ ਕਰਦੇ ਆ। ਉਹ ਤੇ ਦੇਖੋ ਬੜੀ ਖੁਸ਼ੀ ਵਾਲੀ ਗੱਲ ਆ, ਸਾਨੂੰ ਖੁਸ਼ੀ ਹੋਈ ਕਿ ਸਾਡੀ ਉਹ ਇਬਾਦਤਗਾਹ ਸੀਗੀ, ਅਸੀਂ ਉਹਨੂੰ ਅੱਲਾ ਦਾ ਘਰ ਸਮਝਦੇ ਆ। ਤੁਸੀਂ ਉਹਦੀ ਪੂਰੀ ਹਿਫਾਜ਼ਤ ਕੀਤੀ, ਉਹ 100-150 ਸਾਲ ਤੋਂ ਮਸਜਿਦ ਬਣੀ ਆ। ਅੱਲਾਹ ਤਾਲਾ ਤੁਹਾਨੂੰ ਵੀਰੇ ਖੁਸ਼ ਰੱਖੇ, ਤੁਸੀਂ ਸਾਡਾ ਦਿਲ ਖੁਸ਼ ਕਰਤਾ ਤੇ ਦਿਲ ਬਾਗ-ਬਾਗ ਹੋ ਗਿਆ, ਸਾਨੂੰ ਬੜੀ ਖੁਸ਼ੀ ਹੋਈ ਉਹ ਮਸਜਿਦ ਦੇਖ ਕੇ। ਯਾਰ ਜਿਹੜੇ ਸਾਡੇ ਸਰਦਾਰ ਵੀਰ ਨੇ ਨਾ, ਹਾਂਜੀ ਇਹਨਾਂ ਨਾਲ ਵੈਸੇ ਯਕੀਨ ਕਰਕੇ ਜਾਨੀ ਕੋ ਕੁਦਰਤੀ ਗੱਲ ਆ ਵੀ ਇੰਨਾ ਕਿ ਇਸ਼ਕਾ ਨਾ ਆਪਾਂ ਨੂੰ। ਹਾਂਜੀ ਤੇ ਆਪਾਂ ਜਦੋਂ ਇਹਨਾਂ ਦੀ ਆਵਾਜ਼ ਸੁਣੀਦੀ ਆ ਨਾ, ਹਾਂਜੀ ਹਾਂਜੀ ਤਾਂ ਆਪਾਂ ਵੈਸੇ ਹੀ ਚੌਰੀ ਸਾਹਿਬ ਦੀ ਉਂਝ ਹੀ ਗਿੱਟ ਵੱਧ ਜਾਈਦਾ। ਇਹਨਾਂ ਨਾਲ ਇੰਨਾ ਮੈਨੂੰ ਪਿਆਰ ਆ, ਇੰਨਾ ਹੀ ਪਿਆਰ ਆ। ਤੇ ਬਾਕੀ ਯਾਰ ਮੈਂ ਇੱਕ ਗੱਲ ਜਿਹੜੀ ਹੈ ਨਾ ਹੋਰ ਰੱਬ ਨਵਾਜ਼ ਕਰ ਦੇਣਾ, ਕੋਈ ਨਹੀਂ ਹਾਂਜੀ ਗੱਲਾਂ ਵਾਦੀਆਂ ਰਹਿੰਦੀਆਂ ਨੇ। ਖੈਰ ਆ, ਗੱਲਾਂ ਸੁਣ ਲਈ, ਚੈਨਲ ਬਣਾਇਆ, ਗੱਲਾਂ ਸੁਣ ਲਿਆ ਕਰੋ। ਹਾਂਜੀ ਗੱਲਾਂ ਦੇ ਵਿੱਚ ਵੀ ਬੜੀਆਂ ਗੱਲਾਂ ਹੁੰਦੀਆਂ, ਠੀਕ ਹੈ ਨਾ, ਗੱਲਾਂ ਦੇ ਵਿੱਚੋਂ ਵੀ ਗੱਲ ਦੀ ਕੰਮ ਦੀ ਲੱਭ ਜਾਂਦੀ ਜੀ। ਕੁਛ ਯਾਰ ਉਧਰੋਂ ਸਾਡੇ ਭਰਾਵਾਂ ਦੇ ਨਾ ਇਤਰਾਜ਼ ਵੀ ਆਏ ਨੇ। ਹਾਂਜੀ ਕਿ ਇਧਰੋਂ ਜਿਹੜੇ ਸਾਡੇ ਬੰਦੇ ਨਾ ਕੁਛ ਉਹਨਾਂ ਕੋਲੋਂ ਕੋਈ ਪੈਸੇ ਠੱਗ ਲਏ, ਕਿਸੇ ਨੇ 5000 ਕਿਸੇ ਨੇ 4000। ਹਾਂਜੀ ਮੈਂ 50 ਅੱਗੇ ਇਹ ਗੱਲ ਕੀਤੀ ਆ। ਹਾਂਜੀ ਕਿ 5000 10000 4000 ਕਿਸੇ ਲੈ ਕੇ ਨਾ ਤੇ ਭੁੱਖ ਨਹੀਂ ਨਿਕਲਦੀ। ਠੀਕ ਆ। ਹਾਂਜੀ ਤੇ ਉਹਦੇ ਤੋਂ ਬਿਹਤਰ ਆ ਕਿ ਆਪਣੀ ਇੱਜ਼ਤ ਦਾ ਵੀ ਖਿਆਲ ਕਰੋ ਤੇ ਸਾਡੀ ਦਾ ਵੀ ਕਰੋ। ਠੀਕ ਆ। ਤੇ ਕੁਛ ਨਹੀਂ ਯਾਰ, ਅੱਲਾ ਖੈਰ ਕਰੇ, ਅੱਲਾ ਕੋਲੋਂ ਮੰਗੋ। ਹਾਂਜੀ ਤੇ ਮੰਗੀ ਦਾ ਹੀ ਉਹ ਆਪਣੇ ਸੋਹਣੇ ਮਾਲਕ ਹੁੰਦਾ ਵਾ, ਜਿਹੜਾ ਦੇ ਕੇ ਕਦੀ ਤੁਹਾਡੇ ਕੋਲ ਵਾਪਸ ਨਾ ਮੰਗੇ। ਬਿਲਕੁਲ ਤੇ ਕਿਤੇ ਜਿਤਲਾਵੇ ਨਾ। ਤੇ ਉਹਦੇ ਘਰ 'ਚ ਕਮੀ ਕੋਈ ਨਹੀਂ, ਯਕੀਨ ਕਰਕੇ ਜਾਣੋ, ਜੇ ਤੁਸੀਂ ਉਹਦੇ ਕੋਲ ਮੰਗੋ ਨਾ, ਹਾਂਜੀ ਤੇ ਨਾ ਵੀ ਉਹਦੀ ਕੋਈ ਨਹੀਂ। ਬਿਲਕੁਲ ਚ ਕੋਈ ਸ਼ੱਕ ਵਾਲੀ ਗੱਲ। ਤੁਸੀਂ ਧਿਆਨ ਕਦੀ ਕਰੋ ਤੇ ਸਹੀ ਉਹਦੇ ਵੱਲ ਨੂੰ, ਕਰੋ ਤੇ ਸਹੀ। ਹਾਂ ਇਦਾਂ ਹੀ ਗੱਲ ਆ। ਤੇ ਹੁਣ ਅੱਲਾ ਖੈਰ ਕਰੇ ਦੀ ਤੁਸੀਂ ਪੁੱਟ ਲਓ ਆਪਣਾ ਖਜ਼ਾਨਾ। ਹਾਂਜੀ ਤੇ ਹੋ ਜਾਓ ਸ਼ੁਰੂ ਇਹਨਾਂ ਮੇਰੇ ਭਰਾਵਾਂ ਨੂੰ ਜਿਹੜਾ ਨਾ ਸ਼ਿਕਾਰੀ ਬਣਾ ਦੇ। ਹਾਂਜੀ ਸ਼ਾਹਦ ਸ਼ਿਕਾਰ ਦੀ ਪਹਿਲੀ ਵੰਡ ਤੇ ਆ ਕਿ ਤੁਹਾਡੀਆਂ ਚੀਜ਼ਾਂ ਅਸਲ ਹੋਣੀਆਂ ਚਾਹੀਦੀਆਂ। ਇਹ ਅਸੀਂ ਬੜੀ ਵਾਰੀ ਗੱਲ ਦੱਸੀ ਆ, ਇਹ ਤੇ ਹਰ ਵਾਰੀ ਇਹਨਾਂ ਭਰਾਵਾਂ ਨੂੰ ਦੱਸਦੇ ਆ ਯਾਰ। ਵੀਰ ਜੀ ਸ਼ਿਕਾਰ ਦੀ ਪਹਿਲੀ ਗੱਲ ਹੀ ਇਹ ਆ ਕਿ ਤੁਹਾਡੇ ਕੋਲ ਚੀਜ਼ ਅਸਲੀ ਹੋਣੀ ਚਾਹੀਦੀ ਆ। ਆਏ ਹਾਏ। ਫਿਰ ਤੁਸੀਂ ਸਾਨੂੰ ਬੁਰਾ ਚੰਗਾ ਕਹਿ ਸਕਦੇ ਹੋ। ਆਏ ਹਾਏ। ਅਗਰ ਤੁਸੀਂ ਚੀਜ਼ 2 ਨੰਬਰ ਲੈਣ ਦਿਓ ਨਾ ਜੀ 5 ਰੁਪਏ ਘੱਟ ਸਮਝ ਕੇ, ਹਾਂਜੀ, ਉਹ ਤੁਹਾਡਾ ਨੁਕਸਾ ਬੇਕਾਰ ਆ, ਉਹ ਕਾਰਾਮਦ ਨਹੀਂ। ਇਦਾਂ ਹੀ ਹੈ। ਪਰ ਜਦ ਕਿਸੇ ਹਕੀਮ ਨੇ ਕਿਸੇ ਬੰਦੇ ਨੂੰ ਦੱਸਿਆ, ਉਹਨੇ ਕੋਈ ਗੋਲੀ ਬਣਾਉਣੀ ਦੱਸੀ ਆਪਣੇ ਦੌਰ ਦੀ ਬੰਦਿਆਂ ਬੁੰਦਿਆਂ ਤੋਂ, ਉਹਨੇ ਕਹਾ ਗੋਲੀ ਬਣਾ ਲਈ ਤੇ ਯਾਰ ਤੇਰੇ ਬੱਚਿਆਂ ਦੀ ਵੀ ਰੋਜ਼ੀ ਲੱਗੀ ਰਹੂਗੀ। ਅੱਛਾ। ਉਹ ਬੰਦਾ ਕਿਸੇ ਨੂੰ ਦਵਾਈ ਦਿੰਦਾ ਸੀ ਤੇ ਔਲਾਦ ਹੁੰਦੀ ਸੀ। ਅੱਛਾ। ਉਹ ਭਾਈ ਸਾਹਿਬ ਬੰਦੇ ਦਾ ਬੜਾ ਕੰਮ ਚੱਲਿਆ ਸੀ, ਕੋਈ ਬੰਦਾ ਉਹਦਾ ਚੇਲਾ ਸੀ, ਉਹਨੇ ਉਹਨੂੰ ਬਣਾਉਣੀ ਦੱਸਤੀ। ਅੱਛਾ। ਚੇਲੇ ਨੇ ਪੂਰੀ ਗੱਲ ਤੇ ਗੌਰ ਨਹੀਂ ਕੀਤੀ, ਨੁਕਸਾ ਲੈ ਲਿਆ। ਉਹ ਆਪਣੇ ਹੁਣ ਜਿੱਥੇ ਉਹ ਚੇਲਾ ਨੂੰ ਛੱਡ ਕੇ ਆਪ ਗਾਂ ਤੁਰ ਗਿਆ, ਉਹਨੇ ਕਿਹਾ ਮੈਂ ਗਾਂ ਡੇਰਾ ਲਾਉਣਾ ਜਾ ਕੇ। ਉਹਦੇ ਉਸਤਾਦ ਨੇ ਕਿਹਾ, ਉਸ ਹਕੀਮ ਨੇ ਕਿਹਾ, ਤੇ ਉਹ ਚੇਲੇ ਨੂੰ ਜਗ੍ਹਾ ਦੇ ਗਿਆ। ਉਹਨੇ ਕਹਾ ਲੋਕ ਆਇਆ ਕਰਨਗੇ ਤੇ ਕੋਈ ਸ਼ਿਫਾ ਹਾਸਲ ਕਰਿਆ ਕਰਾਂਗੇ। ਅੱਛਾ। ਲੇਕਿਨ ਚੇਲੇ ਨੇ ਉਸੇ ਉਸਤਾਦ ਦੀ ਗੱਲ ਤੇ ਗੌਰ ਨਹੀਂ ਕੀਤੀ ਵੀ ਉਸਤਾਦ ਕਰਦਾ ਕਿੱਦਾਂ ਸੀ। ਅੱਛਾ। ਉਹਦੇ ਵਿੱਚ ਭਾਈ ਸਾਹਿਬ ਨਿੰਬੂ ਪੈਂਦਾ ਸੀ ਦਵਾਈ 'ਚ। ਅੱਛਾ। ਉਹ ਨਿੰਬੂ ਪਾਉਂਦਾ ਸੀ, ਉਹ ਦਵਾਈ ਬਣਾਉਂਦਾ ਸੀ ਬੰਦਿਆਂ ਵਾਸਤੇ, ਉਹ ਅੱਲਾਹ ਤਾਲਾ ਔਲਾਦ ਦਿੰਦਾ ਸੀ ਇਨਸਾਨ। ਅੱਛਾ। ਉਹ ਬੰਦੇ ਨੇ 20-25 ਬੰਦਿਆਂ ਨੂੰ ਦਵਾ ਬਣਾ ਕੇ ਦਿੱਤੀ, ਔਲਾਦ ਨਹੀਂ ਹੋਈ ਕਿਸੇ ਦੇ। ਅੱਛਾ। ਉਹ ਮਾਯੂਸ ਹੋ ਗਿਆ। ਕੁਛ ਸਾਲਾਂ ਬਾਅਦ ਉਹਦੇ ਉਸਤਾਦ ਦਾ ਉੱਥੋਂ ਦੀ ਗੁਜ਼ਰ ਹੋਇਆ। ਉਹਦੇ ਉਸਤਾਦ ਨੇ ਕਿਹਾ ਵੀ ਇਹ ਅੱਲਾ ਦੇ ਬੰਦਿਆ, ਮੈਂ ਤੈਨੂੰ ਹਰ ਸ਼ੈ ਦੇ ਕੇ ਚੱਲਿਆ ਸੀ, ਤੇਰੇ ਬੱਚਿਆਂ ਦਾ ਰਿਜ਼ਕ ਲਾ ਕੇ ਗਿਆ ਸੀ, ਤੇ ਤੂੰ ਅੱਜ ਬੰਦੇ ਵੀ ਦੇਖੋ ਕੋਈ ਨਹੀਂ, ਆਪਣਾ ਹਿਕਮਤਖਾਨਾ ਭਰਿਆ ਹੁੰਦਾ ਸੀ, ਖਾਲੀ ਆ, ਕੋਈ ਬੰਦਾ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਕੋਈ ਵੀ ਨਹੀਂ ਆਇਆ ਦਵਾਈ ਲੈਣ ਤੇ, ਕੋਈ ਹੁੰਦਾ ਹੀ ਨਹੀਂ ਕੋਈ। ਉਹਨੇ ਕਿਹਾ ਸਾਜ ਗੱਲ ਤੇ ਹੈਗੀ ਹੈ, ਮੈਂ 15-20 ਬੰਦਿਆਂ ਨੂੰ ਦਵਾਈ ਦਿੱਤੀ,
ਮੈਂ ਨਾਕਾਮ ਹੋ ਗਿਆ, ਮੈਂ ਅੱਕ ਕੇ ਕੰਮ ਛੱਡਤਾ। ਹਾਂ ਹੁਣ ਦਿਹਾੜੀ ਦੱਪਾ ਲਾਈਦਾ ਆਪਣਾ ਹਾਂ ਤੇ ਰੋਜ਼ੀ ਕਰਨੇ। ਉਹਨੇ ਕਿਹਾ ਪੁੱਤਰਾ ਦਿਹਾੜੀ ਦੱਪਾ ਹੈਗਾ ਚੰਗੀ ਗੱਲ, ਹਾਂ ਪਹਿਲਾਂ ਤੇ ਮੈਨੂੰ ਦੱਸ ਦਵਾਈ ਬਣਾਉਣਾ ਕਰਨਾ ਸੀ। ਹਾਂ ਉਹਨੇ ਕਿਹਾ ਉਸਤਾਦ ਜੀ ਏਦਾਂ ਚੀਜ਼ਾਂ ਕੁੱਟਦਾ ਸੀ, ਮੈਂ ਛੁਰੀ ਨਾਲ ਨਿੰਬੂ ਕੱਟਦਾ ਸੀ। ਹਾਂ ਉਹਨੇ ਕਿਹਾ ਗੱਲ ਸੁਣ ਲੈ ਮੇਰੀ, ਇੱਥੋਂ ਤੂੰ ਖਤਾ ਖਾ ਗਿਆ। ਉਹਨੇ ਕਿਹਾ ਜਿਹੜਾ ਵਾਂਸ ਨਹੀਂ ਹੁੰਦਾ, ਵਾਂਸ ਇਹਦੀ ਛਿਲਤ ਨਾਲ ਨਿੰਬੂ ਕੱਟ ਕੇ ਤੇ ਫਿਰ ਨਚੋੜਨਾ ਸੀ ਤੇ ਫਿਰ ਦਵਾਈ ਨੇ ਅਸਰ ਕਰਨਾ। ਮਾੜੀ ਜੀ ਵਾਰ ਦੇ ਵਿੱਚੋਂ ਉਹਦੀ ਦਵਾਈ ਕਾਮਯਾਬ ਨਹੀਂ ਹੋਈ। ਉਹ ਛੁਰੀ ਨਾਲ ਉਹ ਕੱਟਦਾ ਸੀ ਲੋਹੇ ਦੀ ਪਾਨ ਨਾਲ, ਉਹ ਕੱਟਣਾ ਸੀ ਵਾਂਸ ਦੀ ਛਿਲਤ ਨਾਲ ਨਿੰਬੂ, ਨੁਕਸਾ ਹੋਈ, ਨਾਕਾਮ ਹੋ ਗਿਆ। ਇਹ ਵੰਡ ਦੀ ਬੜੀ ਗੱਲ ਹੁੰਦੀ ਆ ਭਾਈ ਸਾਹਿਬ, ਜਿਹੜਾ ਬੰਦਾ ਵੰਡ ਕੱਢ ਗਿਆ ਉਹ ਕਾਮਯਾਬ ਆ। ਇਹ ਹੁਣ ਇਹ ਵੀ ਗੱਲ ਸੁਣ ਲਓ ਵੀ ਤੁਹਾਨੂੰ ਇਹ ਗੱਲ ਦੱਸੀ ਕਿਉਂ, ਐਡਾ ਖਪੇ ਕਿਉਂ ਆ? ਇਹ ਮਸਾਲਾ ਇਸ ਤੋਂ ਹੁੰਦੀਆਂ ਨੇ ਤੇ ਵੀਡੀਓ ਸਾਰੀ ਵੇਖਿਆ ਕਰੋ। ਹਾਂਜੀ ਗਲਤੀ ਨਾ, ਯਾਨੀ ਕਿ ਤੁਹਾਡੇ ਕੋਲੋਂ ਕਿਤੇ ਗਲਤੀ ਨਾ ਹੋਵੇ। ਹਾਂਜੀ ਜਿਸ ਤਰ੍ਹਾਂ ਤੁਹਾਨੂੰ ਸ਼ਾਇਦ ਦੱਸਣੀ ਆ ਉਂਝ ਬਣਾ ਲਿਆ ਕਰੋ, ਠੀਕ ਆ। ਇਹ ਖਪਣ ਦਾ ਇੰਨਾ ਤੁਹਾਨੂੰ ਖਪਾ ਕੇ ਇੰਨੀਆਂ ਮਸਾਲਾ ਦੇ ਕੇ ਸ਼ਾਇਦ ਦੱਸਣ ਦਾ ਸਾਡਾ ਆਹ ਮਕਸਦ ਆ। ਵੀਰ ਜੀ ਆ ਜਿਹੜਾ ਮੌਸਮ ਚੱਲ ਰਿਹਾ ਇਹ ਹੁਣ ਮੂਲੀਆਂ ਦਾ ਸੀਜ਼ਨ ਆ। ਹਾਂਜੀ ਆ ਜਿਹੜਾ ਤੁਹਾਨੂੰ ਨੁਕਸਾ ਦੱਸਣ ਲੱਗੇ ਆ ਇਹਦੇ ਵਿੱਚ ਮੂਲੀ ਦਾ ਬੜਾ ਕਾਰੋਬਾਰ ਆ। ਹਾਂਜੀ ਠੀਕ ਆ ਜੀ, ਠੀਕ ਹੋ ਗਿਆ। ਹੁਣ ਗੱਲ ਕਰਦੇ ਆ ਸ਼ੁਰੂ ਅੱਲਾ ਦੇ ਹੁਕਮ ਨਾਲ, ਤਾਂ ਕਿ ਦੇਖਣ ਵਾਲੇ ਭਰਾ ਜਿਹੜੇ ਜ਼ਿਆਦਾ ਇੰਤਜ਼ਾਰ ਨਾ ਕਰਨ। ਵੀਰ ਜੀ ਤਵਾਸ਼ੀਰ ਜਿਹੜੀ ਵਾਂਸ ਦੇ ਵਿੱਚੋਂ ਤਵਾਸ਼ੀ ਨਿਕਲਦੀ ਹੈ, ਵਾਂਸੀ ਲੈਣੀ ਆ, ਨੁਕਰਾ ਨਹੀਂ ਲੈਣੀ। ਇੱਕ ਨਰਾ ਹੁੰਦੀ ਆ ਨਾ ਜੀ, ਨਰਾ ਹਾਂਜੀ ਸਫੈਦ ਸ਼ੀਸ਼ੇ ਅੱਗੀ, ਉਹ ਨਹੀਂ ਲੈਣੀ। ਜਿਹੜੀ ਮੈਲ ਖੋਰੀ ਹੁੰਦੀ ਆ ਵਾਂਸ ਦੇ ਵਿੱਚੋਂ ਲੈਂਦੇ ਆ ਹਕੀਮ ਲੋਕ, ਉਹ ਤਵਾਸ਼ੀਰ ਲੈਣੀ ਆ। ਅੱਛਾ ਜੀ, ਨੁਕਰਾ ਤਵਾਸ਼ੀਰ ਇੱਕ ਹੁੰਦੀ ਆ ਜੀ ਵਾਂਸ ਚੋਂ ਨਿਕਲਦੀ ਆ, ਵਾਂਸੀ ਲੈਣੀ ਆ, ਵਾਂਸੀ ਤਵਾਸ਼ੀਰ। ਹਾਂਜੀ ਉਹ ਲੈਣੀ ਆ ਜੀ 3 ਮਾਸ਼ੇ। ਅੱਛਾ, ਸੰਦਲ ਸਫੇਦ ਅਸਲ ਇੰਡੀਆ ਵਾਲੀ, ਹਾਂਜੀ ਜਿਹੜੀ ਹੱਥ 'ਚ ਖੁਸ਼ਬੂ ਦਵੇ, ਹਾਂ ਉਹ ਲੈਣੀ ਆ 3 ਮਾਸ਼ੇ ਸਫੈਦ ਸੰਦਲ। ਅੱਧਾ ਤੋਲਾ ਛੋਟੀ ਇਲਾਇਚੀ ਦੇ ਬੀਜ ਲੈਣੇ ਵੀਰ ਜੀ। ਠੀਕ ਹੋ ਗਿਆ, ਠੀਕ ਹੋ ਗਿਆ ਜੀ। ਹਾਂਜੀ ਪੋਸਟ ਡੋਡਾ ਭਾਜੀ, ਪੋਸਟ ਡੋਡਾ ਇਹ ਅੱਜ ਤੁਹਾਨੂੰ ਹਿਕਮਤ ਦਾ ਨਿਚੋੜ ਦੱਸਣ ਲੱਗੇ ਆ ਕਬੂਤਰਬਾਜੀ ਦਾ। ਅੱਛਾ ਜੀ, ਕਿਤੇ ਯਾਦ ਕਰੋਗੇ। ਹਾਂ ਪੋਸਟ ਡੋਡਾ, 2 ਡੋਡੇ ਦਰਮਿਆਨੇ ਸਾਈਜ਼ ਦੇ ਪੋਸਟ ਦੇ ਲੈ ਲੈਣੇ। 2 ਡੋਡੇ ਦਰਮਿਆਨੇ ਸਾਈਜ਼ ਦੇ ਲੈ ਲੈ। ਇਹਨਾਂ ਚੀਜ਼ਾਂ ਦਾ ਵੀਰ ਜੀ ਪਾਊਡਰ ਕਰਕੇ ਨਾ ਜੀ ਤੁਸੀਂ ਆਪ ਹੀ ਰਗੜਨਾ ਇਹੋ। ਅੱਛਾ, ਇਹਦੇ ਵਿੱਚ ਤੁਸੀਂ ਗੁਲਾਬ ਦਾ ਅਰਕ ਉਹਨਾਂ ਪਾ ਦੇਣਾ ਕਿ ਇਹ ਭਿੱਜੇ ਰਹਿਣ 8 ਘੰਟੇ, ਇਹ ਵਿੱਚ ਭਿੱਜੇ ਰਹਿਣ ਗੁਲਾਬ ਦੇ ਅਰਕ 'ਚ। ਇਹ ਸਮਾਨ ਇਹ ਜਿਹੜੇ ਯਾਨੀ ਕਿ ਜਿਹੜੀਆਂ ਚੀਜ਼ਾਂ ਗ੍ਰਾਈਂਡ ਕਰ ਲਈਆਂ, ਜਿਹੜੀਆਂ ਹੱਥ ਨਾਲ ਰਗੜਨ, ਗ੍ਰਾਈਂਡ ਨਾ ਕਰਨਾ, ਯਾਨੀ ਕੁੱਟਣੀਆਂ, ਗ੍ਰਾਈਂਡਰ ਨਹੀਂ ਕਰਾਉਣਾ। ਹਾਂਜੀ ਇਹ ਵੀ ਤੁਹਾਨੂੰ ਦੱਸ ਦਈਏ ਕਿ ਜਿਹੜੀਆਂ ਹੱਥ ਨਾਲ ਕੁੱਟੀਆਂ ਜਾਂ ਗ੍ਰਾਈਂਡਰ ਕਰਾਈਆਂ 'ਚ ਬਹੁਤ ਫਰਕ ਆ ਜਾਂਦਾ। ਜ਼ਮੀਨ ਅਸਮਾਨ ਦਾ। ਚੱਕੀਆਂ ਦੇ ਵਿੱਚ ਚੀਜ਼ਾਂ ਪੀਸ ਜਾਂਦੀਆਂ, ਉਹਨਾਂ ਦਾ ਅਸਰ ਖਤਮ ਹੋ ਜਾਂਦਾ। ਠੀਕ ਆ, ਅਸਰ ਰਹਿੰਦਾ ਆ, ਹਾਂਜੀ, ਲੇਕਿਨ ਉਹਨਾਂ ਕੰਮ ਨਹੀਂ ਇਹ ਚੀਜ਼ਾਂ ਕਰਦੀਆਂ। ਜਿਹੜੀਆਂ ਤੁਸੀਂ ਆਪ ਕੁੱਟਣੀਆਂ ਨਾ ਚੱਠੂ ਦੇ ਵਿੱਚ, ਉਹ ਕੰਮ ਕਰਨਗੀਆਂ ਤੁਹਾਡੀਆਂ। ਹਾਂਜੀ। ਅੱਛਾ ਜੀ, 8 ਘੰਟੇ ਵੀਰ ਜੀ ਇਹ ਭਿੱਜੀਆਂ ਰਹਿਣ ਚੀਜ਼ਾਂ ਆ ਜਿਹੜੀਆਂ ਪਹਿਲਾਂ ਦੱਸੀਆਂ। 8 ਘੰਟੇ ਪੂਰਾ ਇਹਨਾਂ ਨੂੰ ਕੁੱਟ ਕੇ ਕੱਪੜ ਛਾਣ ਕਰਕੇ, ਹਾਂਜੀ, ਕਿਸੇ ਭਾਂਡੇ 'ਚ ਪਾ ਕੇ, ਹਾਂਜੀ, ਤੇ ਗੁਲਾਬ ਦੇ ਅਰਕ 'ਚ ਇੰਨੀਆਂ ਭੇਜ ਦੇਣੀਆਂ। ਉਸ ਕੁੰਡੀ 'ਚ ਪਾ ਲੈਣ ਜੇ ਇਹਦੀ ਰਗੜਾਈ ਸ਼ੁਰੂ ਕਰਨੀ ਆ। ਅੱਛਾ, ਉਸ ਕੁੰਡੀ 'ਚ ਹੀ ਭੇਜ ਦੇਣੀਆਂ ਨੇ, ਮਤਲਬ ਜੇ ਇਹਦੀ ਰਗੜਾਈ ਤੁਸੀਂ ਕਰ ਸਕੋ। ਹਾਂ, ਉਸ 'ਚ ਬਰਤਨ 'ਚ ਪਾਉਣੇ ਜੇ ਤੁਸੀਂ ਰਗੜਾਈ ਕਰ ਸਕੋ। ਠੀਕ ਹੋ ਗਿਆ। ਕੋਸ਼ਿਸ਼ ਕਰੋ ਪੱਥਰ ਦਾ ਲਾਓ, ਉਹ ਪੀਂਦਾ ਨਹੀਂ ਫਿਰ ਅਰਕ ਨੂੰ। ਸਮਝਦੇ ਹੋ ਨਾ, ਕੱਚਾ ਲਾਓਗੇ ਉਹ ਪੀ ਜਾਏਗਾ ਅਰਕ, ਫਿਰ ਪਾਏ ਦਾ ਕੀ ਫਾਇਦਾ। ਇਹ ਚੀਜ਼ਾਂ ਤੁਹਾਨੂੰ ਮਿਸਾਲ ਵੀ ਪਹਿਲਾਂ ਦਿੱਤੀ ਆ, ਵੀ ਗੱਲ ਗੌਰ ਨਾਲ ਸੁਣਨੀ ਆ ਸਾਰੀ। ਹਾਂ, ਮੁੜ ਕੇ ਵੀਰ ਜੀ ਜਦੋਂ ਉਹ ਵਿੱਚ ਅਰਕ ਜਜ਼ਬ ਹੋ ਜਾਵੇ ਨਾ ਜੀ ਉਹਨਾਂ ਚੀਜ਼ਾਂ ਦੇ, 8 ਘੰਟਿਆਂ ਤੋਂ ਬਾਅਦ ਤਕਰੀਬਨ ਕੁਝ ਚੀਜ਼ਾਂ ਨੇ ਅਰਕ ਪੀ ਜਾਣਾ ਵਾ, ਕੋਈ ਤੁਸੀਂ ਰਗੜਾਈ ਕਰਕੇ ਵਿੱਚ ਜਜ਼ਬ ਕਰਨਾ ਹਲਕਾ ਜਿਹਾ। ਹਾਂਜੀ, ਉਸ ਤੋਂ ਬਾਅਦ ਤੁਸੀਂ ਬੀ ਦਾਣਾ 3 ਮਾਸ਼ੇ ਲੈਣਾ। ਬੀ ਦਾਣਾ ਇਹਨਾਂ ਚੀਜ਼ਾਂ ਨੂੰ ਰਗੜ ਕੇ ਗੁਲਾਬ ਦੇ ਅਰਕ ਦੇ ਵਿੱਚ ਬਾਅਦ ਚ ਬੀ ਦਾਣਾ ਲੈਣਾ, ਮਤਲਬ ਥੋੜਾ ਜਿਹਾ ਰਗੜਨਾ, ਵਿੱਚ ਜਜ਼ਬ ਹੋ ਜਾਣਾ, ਉਹ ਹਲਵਾ ਜਿਹਾ ਬਣ ਜੂ। ਇੱਕ ਹਜੇ ਗਿੱਲਾ ਹੀ ਹੋਊਗਾ, ਲੇਕਿਨ ਇਹ ਚੀਜ਼ਾਂ ਲਹਿਦਾ ਰਗੜਨੀਆਂ। ਫਿਰ ਬੀ ਦਾਣਾ 3 ਮਾਸ਼ੇ। ਹਾਂ, ਇਹਦੇ ਵਿੱਚ ਮੂਲੀ ਦਾ ਪਾਣੀ 2 ਤੋਲੇ ਲੈਣਾ ਭਾਜੀ। ਮੂਲੀ ਦਾ ਪਾਣੀ 20 ਦਾਣੇ ਚ ਪਾਉਣਾ, ਉਹ ਨਹੀਂ, ਉਹ ਸਾਰੇ ਸਮਾਨ ਦੇ ਵਿੱਚ ਪਾਉਣਾ। ਅੱਛਾ, ਮੂਲੀ ਦਾ ਪਾਣੀ 2 ਮਤਲਬ ਤੋਲੇ, 2 ਤੋਲੇ ਹੋ ਗਏ, ਜੋਕ ਕੇ ਲੈਣਾ ਵਾ। ਅੱਛਾ, ਉਦਾਂ ਨਹੀਂ ਲੈਣਾ। ਹਾਂ, ਮੂਲੀ ਦਾ ਪਾਣੀ ਵੀਰ ਜੀ ਕੱਢਣ ਦਾ ਤਰੀਕਾ ਕਾਰ ਇਹ ਹੈ ਕਿ ਤੁਸੀਂ ਉਹਨੂੰ ਕੁੱਟ ਲਓ। ਹਾਂ, ਕੁੱਟ ਕੇ ਉਹਨੂੰ ਕੱਪੜ ਛਾਣ ਕਰ ਲਓ। ਹਾਂਜੀ, ਕੱਪੜ ਛਾਣ ਕਰਕੇ ਤੇ ਉਹ ਮੂਲੀ ਦਾ ਪਾਣੀ ਤੁਹਾਨੂੰ ਵਿੱਚੋਂ ਹਾਸਲ ਹੋ ਜਾਏਗਾ। ਅੱਛਾ, ਉਹਨੂੰ ਮੁੜ ਕੇ ਤੁਸੀਂ ਨਾ ਮਤਲਬ ਕਿ ਤੋਲ ਲੈਣਾ ਵਾ। ਅੱਛਾ, ਫੋਨ ਕੇ ਨਾ ਜੀ ਉਹਨੂੰ ਤੋਲ ਲੈਣਾ, 2 ਤੋਲੇ ਲੈਣਾ ਵਾ। ਹਾਂ, ਇਹਦੇ ਵਿੱਚ 7 ਮਲੱਠੀ ਜਿਹੜੀ ਆ, ਹਾਂ, ਉਹ ਵੀ ਤੁਸੀਂ 3 ਮਾਸ਼ੇ ਪਾਉਣੀ ਆ। 7 ਮਲੱਠੀ, ਹਾਂਜੀ। ਇਹ ਹੁਣ ਅਲੱਗਾ ਪਾਉਣੀ ਬਾਅਦ ਚ? ਇਹ ਸਮਾਨ ਜਿਹੜਾ ਦੋਰੀ ਵਾਲੀ ਲਿਖਿਆ ਦੱਸਣ ਡਿਆ ਨਾ ਜੀ, ਇਹ ਸਮਾਨ ਸਾਰਾ ਪਾਊਡਰ ਕਰਕੇ ਉਹ ਚ ਪਾਈ ਜਾਣਾ ਵਾ। ਅੱਛਾ, ਤੇ ਉਹਦੀ ਰਗੜਾਈ ਕਰੀ ਜਾਣੀ ਆ। ਠੀਕ ਹੋ। ਹਾਂਜੀ, ਉਹ ਚੀਜ਼ਾਂ ਪਹਿਲਾਂ 8 ਘੰਟੇ ਭੇਜ ਕੇ ਰੱਖਣੀਆਂ ਗੁਲਾਬ ਦੇ ਰਕ ਚ, ਜਿਹੜੀਆਂ ਪਹਿਲਾਂ ਦੱਸੀਆਂ। ਹਾਂ, ਉਹਨਾਂ ਨੂੰ ਵਿੱਚ ਹੱਲ ਕਰਕੇ ਨਾ ਮੁੜ ਕੇ ਇਹ ਚੀਜ਼ਾਂ ਪਾਈ ਜਾਣੀਆਂ। ਬਾਅਦ ਚ 20 ਦਾਣਾ ਤੇ 7 ਮਲੱਠੀ। ਹਾਂਜੀ। ਅੱਛਾ,
ਇਹਦੇ ਵਿੱਚ ਕਿਸ਼ਮਿਸ਼ ਮੇਵਾ ਅੱਧਾ ਤੋਲਾ ਪਾਉਣਾ। ਹਾਂ ਕਿਸ਼ਮਿਸ਼ ਨਹੀਂ ਹੁੰਦੀ ਜੀ ਜਿਹਨੂੰ ਸੋਗੀ ਕਹਿੰਦੇ ਆ, ਦੇਸੀ ਸੋਗੀ ਲੈਣੀ ਛੋਟੀ, ਮੇਵਾ ਦੇਸੀ ਜਟਕਾ 10 ਮੇਵਾ। ਹਾਂ ਮਸਤਕੀ ਰੂਮੀ 3 ਮਾਸ਼ੇ। ਅੱਛਾ ਭਾਜੀ ਇਹਨੂੰ ਰਗੜਨਾ ਸ਼ੁਰੂ ਕਰ ਦੇਣਾ ਇਹ ਚੀਜ਼ਾਂ ਨੂੰ। ਅੱਛਾ ਰਗੜਾਈ ਇਹਨਾਂ ਦੀ ਸ਼ੁਰੂ ਕਰ ਦਿੱਤੀ। ਹਾਂਜੀ ਜਦੋਂ ਇਹਨਾਂ ਨੂੰ ਰਗੜੀ ਜਾਣਾ ਜੀ, ਤੁਸੀਂ ਥੋੜੇ ਜਿਹੇ ਟਾਈਮ ਤੋਂ ਬਾਅਦ ਇਹ ਰਗੜਾਈ ਕਰ ਕਰਕੇ ਨਾ ਜੀ ਇੱਕ ਮਜੂਨ ਬਣ ਜਾਏਗੀ। ਅੱਛਾ ਲਾ ਲਓ ਕਿ 20 ਘੰਟਿਆਂ ਦੀ ਰਗੜਾਈ ਤੋਂ ਬਾਅਦ ਜਾਂ 30 ਘੰਟਿਆਂ ਦੀ ਰਗੜਾਈ ਤੋਂ ਬਾਅਦ ਉਹ ਤੇ ਬੰਦੇ ਦੇ ਆਪਣੇ ਦੇ ਨਜ਼ਰ ਆ ਵੀ ਉਹ ਲਗਾਤਾਰ ਰਗੜਾਈ ਕਰਦਾ ਕਿ ਘੰਟੇ ਦੀ ਕਰਕੇ ਰੱਖੀ ਜਾਂਦਾ। ਹਾਂਜੀ ਉਹ ਤੇ ਉਹਦਾ ਆਪਣਾ ਟਾਈਮ ਹੈ, ਜੋ ਦਿਲ ਕਰੇ 24 ਘੰਟੇ 'ਚ ਕਰ ਲਵੇ। ਨਹੀਂ ਜੀ ਜਿੰਨੀ ਹੋਵੇ ਮੈਂ ਤੇ ਆਖਾਂਗਾ ਪੂਰਾ ਹਫਤਾ ਕਰਨ, ਥੋੜੀ ਕਰਕੇ ਰੋਜ਼ਾਨਾ ਕਰਨ ਤੇ ਹਫਤਾ ਪੂਰਾ ਕਰਨ। ਉਹ ਵੀਰ ਜੀ ਗੁਲਾਬ ਦਾ ਰਗ ਵੀ ਵਿੱਚ ਜਜ਼ਬ ਕਰਨਾ, ਜਿਹੜਾ ਤੁਸੀਂ ਜਿਹ 'ਚ ਭੇਂਤੀ ਆ, ਇਹ ਮੂਲੀ ਦਾ ਪਾਣੀ ਵੀ ਇਹਦੇ ਵਿੱਚ ਜਜ਼ਬ ਕਰਨਾ ਵਾ, ਤੇ ਇਹਦੀ ਰਗੜਾਈ ਲਾਈ ਰੱਖਣੀ ਆ। ਇਹ ਵੀਰ ਜੀ ਇੱਕ ਮਜੂਨ ਬਣ ਜਾਏਗੀ। ਇਹ ਸਿਰਫ ਗੰਦਮ ਦੇ ਦਾਣੇ ਬਰਾਬਰ। ਅੱਛਾ ਭਾਈ ਸ਼ਾਹਦ ਜਾਓ ਗੱਲ ਸੁਣ ਲਓ ਨਿਚੋੜ ਜਾਂ ਸ਼ਿਕਾਰ ਦਾ। ਅੱਛਾ ਜਿਸ ਤਰੀਕੇ ਨਾਲ ਪਹਿਲਾਂ ਆਪਾਂ ਵੀਡੀਓ ਦੇ ਵਿੱਚ ਦੱਸਿਆ ਕਬੂਤਰ ਨੂੰ ਗਰਮ ਕਰਨਾ, ਉਸ ਤਰੀਕੇ ਨਾਲ ਕਬੂਤਰ ਨੂੰ ਗਰਮ ਕਰਨ। ਜਾਂਦਿਆਂ ਹੋਇਆ ਸਾਡੀ ਆਹ ਗੋਲੀ ਲਾ ਦੇਣ, ਅੱਗ ਵੱਧਦੀ ਹੋਵੇ। ਅੱਛਾ ਉਹ ਭਾਈ ਜਿਹੜਾ ਸਾਡਾ ਵੀਰ ਕਹਿੰਦਾ ਸੀ ਨਾ ਵੀ ਮੋਟੀ ਵਾਲ ਭਰਾ ਜੀ, ਆਪਾਂ ਦੇਸੀ ਦੀ ਦੱਸ ਦਿੱਤੀ ਆ, ਭਰਾ ਲਾਉਣਗੇ ਜ਼ਿੰਦਗੀ 'ਚ ਕਰਨਗੇ ਯਾਦ ਹੀ। ਤੁਹਾਡਾ ਕਬੂਤਰ ਮਰੇਗਾ ਨਹੀਂ, ਨੱਸੇਗਾ ਨਹੀਂ ਮੈਦਾਨ ਛੱਡ ਕੇ, ਆਖਰੀ ਕਬੂਤਰ ਨਾਲ ਹਾਰ ਜਿੱਤ ਕਰੇਗਾ। ਅਗਰ ਤੁਸੀਂ ਬੰਦੇ ਦੇ ਮਤਲਬ ਕਿ ਤਰੀਕੇ ਨਾਲ ਬੰਦੇ ਦੇ ਪੁੱਤਰਾਂ ਤਰ੍ਹਾਂ ਗੋਲੀ ਬਣਾ ਲਈ, ਤੁਸੀਂ ਸਾਡੇ ਭਰਾ ਹੋ, ਅਸੀਂ ਤੁਹਾਨੂੰ ਪਿਆਰ ਕਰਨ ਵਾਲੇ, ਤੁਸੀਂ ਸਾਨੂੰ ਪਿਆਰ ਕਰਨ ਵਾਲੇ ਹੋ। ਗੋਲੀ ਤੁਹਾਨੂੰ ਅੱਜ ਸ਼ਿਕਾਰ ਦਾ ਐਂਡ ਦੱਸ ਦਿੱਤੀ ਆ। ਇਹ ਗੋਲੀ ਫਾਰਮੂਲਾ ਵੀਰ ਜੀ ਛੋਟੀਆਂ ਗੱਲਾਂ ਹੁੰਦੀਆਂ ਵਾ, ਇਹ 4 ਆਨਿਆਂ ਦੀ ਦਵਾਈ ਆ। ਤੇ ਇਹਦਾ ਸ਼ਿਕਾਰ ਦੇ ਵਿੱਚ ਉਹ ਕਰਦਾਰ ਆ ਭਾਈਆਂ ਨੂੰ, ਜਿਹੜਾ ਆਪਾਂ ਜੇ ਅਗਰ ਰੋਟੀ ਖਾ ਲਈਏ ਪਾਣੀ ਨਾ ਪੀਏ, ਤੇ ਪਾਣੀ ਅੱਗ ਹਵਾ ਮਿੱਟੀ ਦਾ ਇਨਸਾਨ ਨਾਲ ਜਿਹੜਾ ਤਲਕ ਆ, ਉਹ ਸ਼ਿਕਾਰ ਦੇ ਵਿੱਚ ਇਸ ਨੁਕਸੇ ਦਾ ਨਿਚੋੜ ਆ। ਇਹ ਜਿਹੜੀ ਗਰਮੀ ਪਈ ਆ, ਇਹ ਬਹੁਤ ਤਗੜੀ, ਮੈਂ ਗੱਲ ਦੱਸਦੀ ਆ, ਬੜੀ ਤਗੜੀ ਗੋਲੀ ਆ ਇਹ। ਬਾਕੀ ਰਬਨ ਭਾਈ ਗੱਲ ਦੱਸਾਂ ਕੀ ਹੈ, ਇਹ ਤੇ ਗੋਲੀ ਦਿੱਤੀ 10, ਇਹ ਤੇ ਹੁਣ ਇਹਨਾਂ ਵੀਰਾਂ ਨੇ ਬਣਾਉਣੀ ਆ। ਅੱਜ ਕੱਲ ਹੁਣ ਜਿਹੜਾ ਪਟਾਈ ਦਾ ਦੌਰ ਚੱਲਣ ਡਿਆ ਨਾ, ਹੁਣ ਮੇਰੀ ਗੱਲ ਸੁਣੋ, ਤੁਸੀਂ ਵੀ ਚਲੇ ਜਾਣਾ ਵਾ, ਤੇ ਅਸੀਂ ਵੀ ਅੱਲਾ ਖੈਰ ਕਰੇ ਮੁੜ ਕੇ ਬਾਬਿਆਂ ਕੋਲ ਆਇਆ ਕਰਾਂਗੇ, ਅੱਲਾ ਖੈਰ ਕਰੇ ਬਾਬਿਆਂ ਨੂੰ ਕਿਤੇ ਘੇਰਿਆ ਕਰਾਂਗੇ, ਪਤਾ ਨਹੀਂ ਬਾਬਿਆਂ ਕਾਬੂ ਆਉਣਾ ਕਿ ਨਹੀਂ। ਹਾਂਜੀ ਤੇ ਗੱਲ ਇਹ ਆ ਕਿ ਅੱਜ ਕੱਲ ਜਿਹੜਾ ਦੌਰ ਚੱਲਣ ਡਿਆ ਨਾ, ਹੁਣ ਜਿਹੜਾ ਜਾਣ ਡਿਆ ਟਾਈਮ, ਇੱਕ ਤੇ ਕਬੂਤਰ ਲੋਕਾਂ ਨੇ ਪੁੱਟੇ ਕਬੂਤਰਾਂ ਨੇ, ਮੈਨੂੰ ਬਹੁਤ ਜਿਹੜੇ ਯਾਰ ਮੈਸੇਜ ਆਉਂਦੇ ਵੀ ਕਬੂਤਰਾਂ ਦਾ ਸੋਕੜਾ ਤੇ ਭੈਣ ਚ ਕੋਈ ਇਹਦੇ ਬਾਰੇ ਜੇ ਤੇ ਕੋਈ ਇਲਮ ਹੈ? ਕਬੂਤਰਾਂ ਨੂੰ ਵਾਇਰਸ ਬਹੁਤ ਆਉਣ ਡਈ ਆ ਭਾਜੀ। ਗੱਲ ਸੁਣ ਲਓ ਮੇਰੀ, ਕਬੂਤਰਾਂ ਨੂੰ ਅਸੀਂ ਵੀ ਪਟਾਈ ਲਾਉਨੇ ਆ, ਉਹਦਾ ਇੱਕ ਤਰੀਕਾ ਕਾਰ ਆ। ਕਬੂਤਰ ਨੂੰ ਕਮ ਸੋ ਕਮ ਵੀ ਪਟਾਈ ਤੋਂ ਪਹਿਲਾਂ ਅਸੀਂ 8-10 ਦਿਨ ਪਹਿਲਾਂ ਕੱਟ ਦਿੰਨੇ ਆ ਭਾਜੀ। ਅੱਛਾ ਉਹ ਆਪਣੇ ਥੱਲੇ ਫਿਰੇ, ਔਰ ਜਿਹੜੀ ਉਹਨੂੰ ਖੁਰਾਕ ਅਸੀਂ 8 ਦਿਨ ਬਾਅਦ ਪਟਾਈ ਤੋਂ ਬਾਅਦ ਸ਼ੁਰੂ ਕਰਨੀ ਆ ਨਾ ਜੀ, ਅਸੀਂ ਉਹਨੂੰ 8 ਦਿਨ ਪਹਿਲਾਂ ਸ਼ੁਰੂ ਕਰ ਦਿੰਨੇ ਆ ਪਟਾਈ ਤੋਂ ਪਹਿਲਾਂ, ਤਾਂ ਕਿ ਜਦੋਂ ਯਕਦਮ ਭਾਈ ਇਹਦੀ ਵਜ੍ਹਾ ਦੱਸਾਂ ਕੀ ਬਣਦੀ ਆ, ਯਕਦਮ ਸ਼ਿਕਾਰੀ ਪਟਾਈ ਤੋਂ ਬਾਅਦ ਉਹਦਾ ਦਾਣਾ ਬਦਲ ਦਿੰਦੇ ਆ। ਉਹ ਲੱਗਾ ਹੁੰਦਾ ਲਾ ਲਓ ਰੋਜ਼ ਉਹ ਖਾਂਦਾ ਚਣੇ ਜਾਂ ਗੰਦਮ, ਅਸੀਂ ਉਹਨੂੰ ਯਕਦਮ ਸਰੋਂ ਤੇ ਜਦੋਂ ਲਾਉਣਾ ਨਾ, ਉਹਨੇ 2 ਦਿਨ ਭਾਈ ਖੁਰਾਕ ਨਹੀਂ ਰੱਜ ਕੇ ਖਾਣੀ। ਕਈਆਂ ਨੇ ਖਾਣੀ, ਕਈਆਂ ਨੇ ਖਾਣੀ ਨਹੀਂ। ਉਹਦੀ ਵਜ੍ਹਾ ਨਾਲ ਉਹਨਾਂ ਜਾਨਵਰਾਂ ਨੂੰ ਹੋ ਜਾਂਦਾ ਸੋਕੜਾ। ਉਹ ਖੁਰਾਕ ਦੀ ਜਿਹੜੀ ਪ੍ਰੋਬਲਮ ਬਣੀ ਹੁੰਦੀ ਆ ਵੀਰ ਜੀ। ਇਹਦੇ ਵਾਸਤੇ ਕੋਈ ਐਸੀ ਕੋਈ ਮੈਡੀਸਨ ਕੋਈ ਦੱਸੋ ਮੇਰੇ ਭਰਾਵਾਂ ਨੂੰ, ਕੋਈ ਜੋੜ ਤੋੜ ਕਰਕੇ ਕੋਈ ਨਹੀਂ ਆ ਗਈ? ਕੋਈ ਮੈਂ ਕਹਿੰਦਾ ਬੜੇ ਜੋੜ ਤੋੜ ਆ, ਉਹ ਕਰਕੇ ਦੱਸੋ ਕੋਈ ਜੋੜ ਤੋੜ। ਮੈਂ ਕਹਿੰਦਾ ਅਖੀਰ ਜੋੜ ਤੋੜ ਆ। ਤੁਸੀਂ ਕਬੂਤਰਾਂ ਨੂੰ ਵੀਰ ਜੀ ਗੱਲ ਸੁਣ ਲਓ ਮੇਰੀ, ਜਿਹੜੇ ਕਬੂਤਰ ਤੁਸੀਂ ਪੱਟ ਲਏ ਆ, ਤੁਹਾਡੇ ਕਬੂਤਰ ਤੁਹਾਨੂੰ ਲੱਗਦਾ ਕਿ ਸੋਕੜੇ 'ਚ ਆ ਗਏ ਆ, ਤੁਸੀਂ ਸਾਡੇ ਤਰੀਕੇ ਨਾਲ ਥੋੜਾ ਜਿਹਾ ਅਮਲ ਕਰਨਾ ਵਾ। ਅਸੀਂ ਤਾਂ ਕਬੂਤਰਾਂ ਨੂੰ ਵੀਰ ਜੀ, ਜਿਹੜਾ ਇਹ ਸਿਰਪ ਨਹੀਂ ਹੁੰਦਾ, ਦੂਸਰਾ ਕੀ ਉਹਨੂੰ ਕਹਿੰਦੇ, ਇੱਕ ਫਲੈਜਲ ਦੀ ਸ਼ੀਸ਼ੀ, ਇੱਕ ਸੈਫਟਰਾਨ ਦੀ, ਤੇ ਇੱਕ ਅਸੀਂ ਬਰੂਫਨ ਦੀ, ਇਹ 3 ਸਿਰਪ ਲੈ ਲੈਣੇ ਭਾਜੀ। ਅੱਛਾ ਵੀਰ ਜੀ ਗੱਲ ਸੁਣ ਲਓ ਮੇਰੀ, ਗੱਲ ਗੌਰ ਵਾਲੀ ਆ। ਇਹ 3 ਸਿਰਪ ਲੈ ਲਓ, ਇੱਕ ਢੱਕਣ ਮਹੀਨੇ ਬਾਅਦ ਜਾਂ ਹਫ਼ਤੇ ਬਾਅਦ, ਅਸੀਂ ਤੇ 15 ਦਿਨਾਂ ਬਾਅਦ ਪਾਉਂਦੇ ਆ। ਇੱਕ ਢੱਕਣ ਕੁੰਡੇ ਦੇ ਵਿੱਚ 3 ਦਿਨ ਲਗਾਤਾਰ ਪਾਉਣਾ ਭਾਜੀ। ਅੱਲਾ ਦੇ ਹੁਕਮ ਨਾਲ ਤੁਹਾਡੇ ਕਬੂਤਰ ਜਿਹੜੇ ਸੁੱਕੇ ਹੋਣਗੇ ਠੀਕ ਹੋ ਜਾਣਗੇ, ਘੋੜੇ ਬਣ ਜਾਣਗੇ। ਹਾਂਜੀ ਭਾਜੀ। ਹੁਣ ਸੋਕੜਾ 2-3 ਕਿਸਮ ਦਾ ਵਾ। ਸੋਕੜਾ ਕਿੰਨੇ ਕਿਸਮ ਦਾ? 2-3 ਕਿਸਮ ਦਾ। ਇੱਕ ਜਿਹੜੇ ਸਾਡੇ ਭਰਾ ਕਬੂਤਰਾਂ ਦੀ ਡਿਵਰਮਿੰਗ ਨਹੀਂ ਕਰਦੇ ਪਟਾਈ ਤੋਂ ਪਹਿਲਾਂ, ਉਹ ਕਬੂਤਰ ਵੀ ਸੁੱਕਣੇ ਸ਼ੁਰੂ ਹੋ ਜਾਂਦੇ ਆ। ਉਹਦੀ ਵਜ੍ਹਾ ਉਹਨਾਂ ਦੇ ਪੇਟ 'ਚ ਹੁੰਦੇ ਵੀਰ ਜੀ ਕੀੜੇ। ਤੁਹਾਨੂੰ ਅੱਜ ਐਸੀ ਗੱਲ ਦੱਸ ਦੇਣ ਲੱਗੇ ਆ, ਜਾਓ ਕਦੇ ਜ਼ਿੰਦਗੀ 'ਚ ਯਾਦ ਰੱਖੋਗੇ ਭਾਜੀ। ਐਵੋਟੈਕ ਇੱਕ ਇੰਜੈਕਸ਼ਨ ਹੁੰਦਾ ਜਾਨਵਰਾਂ ਵਾਲੇ ਸਟੋਰ ਤੋਂ, ਕੀੜਿਆਂ ਵਾਲਾ ਵੀਰ ਜੀ। ਉਹ
ਉਹ ਇੰਜੈਕਸ਼ਨ ਕੀੜਿਆਂ ਤੋਂ ਲਾਉਂਦੇ ਆ, ਉਹ ਚਿਚੜਾਂ ਤੋਂ। ਅੱਛਾ। ਉਹ ਤੁਸੀਂ ਲਿਆਣ ਕੇ ਆਪਣੇ ਘਰ ਰੱਖ ਲੈਣਾ ਵਾ। ਹਾਂ। ਤੁਹਾਡੇ ਕਬੂਤਰ ਨੂੰ ਤਿਆਰੀ ਦੇ ਦੌਰਾਨ ਜਾਂ ਪਟਾਈ ਦੇ ਦੌਰਾਨ ਜਾਂ ਉਸ ਤੋਂ ਪਹਿਲਾਂ ਕੋਈ ਸਿਆਲਾਂ 'ਚ ਕਿਦੋਂ ਮਰਜ਼ੀ ਸੋਕੜੇ ਦਾ ਮਸਲਾ ਬਣੇ ਤੇ ਅੱਜ ਤੋਂ ਤੁਹਾਡੀ ਪ੍ਰੋਬਲਮ ਖਤਮ। ਵਾਹ, ਤੁਹਾਡਾ ਦੁੱਖ ਮੁੱਕ ਗਿਆ। ਐਵੋਟੈਕ ਲਾਉਣਾ ਬਸ। ਮੈਂ ਕਹਿੰਦਾ ਸ਼ਿਕਾਰੀ ਦੱਸਾਂ ਕੀ ਕਰਦੇ ਆ ਜੀ, ਅੱਖਾਂ 'ਚ ਪਾਉਣ ਵਾਲੇ ਦਾਰੂਆਂ ਦੇ ਵਿੱਚ ਉਹ ਸ਼ੀਸ਼ੀ 'ਚ ਪਾ ਕੇ ਤੇ ਸ਼ਾਗਿਰਦਾਂ ਨੂੰ ਦੇਈ ਜਾਂਦੇ ਆ। ਮੈਂ ਤਿਆਰ ਕੀਤਾ ਆਲਾ ਕੁਆਲਿਟੀ ਦਾ ਵੀਰ ਜੀ, ਉਹ ਕੁਛ ਨਹੀਂ, ਉਹ ਐਵੋਟੈਕ। ਉਹ ਤੁਸੀਂ ਸ਼ੀਸ਼ੀ 'ਚ ਡਰਾਪਰ 'ਚ ਪਾ ਕੇ ਰੱਖ ਲੈਣਾ। 2 ਕਤਰੇ ਰਾਤ ਨੂੰ ਸੌਣ ਲੱਗਿਆ 3 ਤੋਂ 4 ਦਿਨ, ਇੱਕ ਦਿਨ ਛੱਡ ਕੇ ਇੱਕ ਦਿਨ 2 ਕਤਰੇ ਦਿਆ ਕਰਨੇ ਆ, 3 ਵਾਰੀ ਦੇ ਦਿਓ। ਅੱਲਾ ਦੇ ਹੁਕਮ ਨਾਲ ਕਬੂਤਰ ਤੁਹਾਡਾ 10 ਦਿਨਾਂ ਬਾਅਦ ਪਾਟਣਾ ਸ਼ੁਰੂ ਹੋ ਜਾਊਗਾ। ਸੰਗ 'ਚ ਹੀ ਸੁੱਟਣਾ ਵਾ? ਸੰਗ 'ਚ ਸੁੱਟਣਾ, ਰਾਤ ਨੂੰ ਸੌਣ ਲੱਗਿਆ, ਲਾਉਣਾ ਨਹੀਂ। ਅੱਛਾ। ਮੈਂ ਕਹਿੰਦਾ ਜੀ ਜਿਹੜੀ ਅਸੀਂ ਗੱਲ ਦੱਸਣ ਲੱਗੇ ਆ ਤੁਹਾਨੂੰ ਦੱਸਿਆ ਪੂਰੀ ਦੱਸੀ ਦੀ ਆ, ਅਖੀਰ ਕਰਦੀ ਆ। ਬੰਦੇ ਲਾਉਣ ਦਾ ਹੀ ਦੱਸਦੇ ਆ। ਮੈਂ ਕਹਿੰਦਾ ਅਸੀਂ ਪਿਉਣ ਦਾ ਦੱਸਦੇ ਆ। ਸੁਣ ਲਓ। ਆਏ ਹਾਏ। ਅੱਛਾ ਜੀ ਵੀਰ ਜੀ, ਸੰਗ 'ਚ ਸੁੱਟ ਕੇ 2 ਕਤਰੇ, ਤੀਸਰਾ ਕਤਰਾ ਸੰਗ 'ਚ ਨਾ ਜਾਵੇ। ਅੱਲਾ ਦੇ ਹੁਕਮ ਨਾਲ ਭਾਈ ਸ਼ਾਹ ਤੁਸੀਂ ਗੱਲ ਖੋਲ ਦਿੱਤੀ। ਗੱਲ ਸਾਡੇ ਵੀ ਰਾਜ ਦੀ ਸੀ, ਜੇਕਰ ਹੁਣ ਤੁਸੀਂ ਖੋਲ ਦਿੱਤੀ ਸਾਨੂੰ ਕਰਨੀ ਪੈ ਗਈ। ਅਸੀਂ ਇਹ ਗੱਲਾਂ ਇਹ ਵੀ ਕਰਦੇ ਨਹੀਂ, ਇਹ ਗੱਲ ਕਰਨ ਵਾਲੀ ਵੀ ਨਹੀਂ। ਲੇਕਿਨ ਵੀਰ ਜੀ ਗੱਲ ਸੁਣ ਲਓ ਮੇਰੀ, ਸਾਡੀ ਗੱਲ ਨੂੰ ਯਾਦ ਰੱਖੋਗੇ ਤੇ ਐਵੋਟੈਕ ਇੰਜੈਕਸ਼ਨ ਉਹ ਫਾਰਮੂਲਾ ਵਾ। ਕਬੂਤਰ ਅੱਲਾ ਦੇ ਹੁਕਮ ਨਾਲ ਮਰਨ ਤੇ ਵੀ ਆਇਆ ਹੋਵੇ ਨਾ ਜੀ, 3 ਦਿਨ ਸਾਡੇ ਕਹਿਣ ਤੇ, ਇੱਕ ਦਿਨ ਛੱਡ ਕੇ ਇੱਕ ਦਿਨ 2 ਕਤਰੇ ਰਾਤ ਨੂੰ ਸੌਣ ਲੱਗਿਆ, ਤੁਹਾਡੇ ਕਬੂਤਰ ਅੱਲਾ ਦੇ ਹੁਕਮ ਨਾਲ ਥੱਲਿਓਂ ਸੁਰਖ ਲਾਲ ਹੋ ਜਾਣਗੇ ਤੇ ਦਾਣਾ ਖਾ ਕੇ ਪਾਟਣੇ ਆ ਜਾਣਗੇ, ਮਰਨਗੇ ਨਹੀਂ ਇਨਸ਼ਾਅੱਲਾ। ਇਹ ਸਾਡੀ ਗੱਲ ਯਾਦ ਰੱਖ ਲਿਓ। ਤੇ ਜਿਹੜੇ ਸਿਰਫ ਦੱਸਿਆ ਭਾਜੀ ਉਹ ਰੈਗੂਲਰ ਇਸਤੇਮਾਲ ਕਰਨ ਕਬੂਤਰਾਂ ਦੇ, ਇਨਸ਼ਾਅੱਲਾ ਤੁਹਾਡੇ ਕਬੂਤਰ ਬਿਮਾਰੀਆਂ ਤੋਂ ਵੀ ਬਚੇ ਰਹਿਣਗੇ। ਆ ਹੁਣ ਜਿਹੜਾ ਮੌਸਮ ਜਿੰਦਾ ਬਦਲਣ ਦਿਆ ਵਾ ਵੀਰ ਜੀ, ਅਗਰ ਤਾਂ ਪੈ ਜਾਂਦੀ ਬਾਰਿਸ਼, ਅੱਲਾ ਦੀ ਰਹਿਮਤ ਆ ਬਾਰਿਸ਼, ਉਹ ਤੇ ਬਹੁਤ ਫਾਇਦੇ ਹੋ ਜਾਣੇ ਸੀ ਕਣਕਾਂ ਵਾਲਿਆਂ ਨੂੰ, ਜ਼ਿਮੀਦਾਰ ਸਾਡੇ ਵਰਗੇ ਜੱਟਾਂ ਨੂੰ ਵੀ ਫਾਇਦਾ ਹੋ ਜਾਣਾ ਸੀ, ਜਾਨਵਰ ਵੀ ਬਿਮਾਰ ਹੋਣੋਂ ਹਟ ਜਾਣੇ ਸੀ। ਆ ਜਿਹੜੀਆਂ ਬਿਮਾਰੀਆਂ ਫੈਲ ਰਹੀਆਂ ਵੀਰ ਜੀ, ਇਹ ਘੱਟ ਬਾਰਿਸ਼ ਪੈਣ ਦੀ ਵਜ੍ਹਾ ਤੋਂ ਆ। ਅਸੀਂ ਅੱਲਾਹ ਤਾਲਾ ਦੀ ਜ਼ਾਤ ਨੂੰ ਨਾਰਾਜ਼ ਕਰ ਬੈਠੇ। ਅਸੀਂ ਲੋਕ ਅਸੀਂ ਮਾਲਕ ਦਾ ਸ਼ੁਕਰ ਅਦਾ ਨਹੀਂ ਕਰਦੇ। ਜਦੋਂ ਬਾਰਿਸ਼ਾਂ ਜ਼ਿਆਦਾ ਪੈਂਦੀਆਂ ਅਸੀਂ ਤਾਂ ਵੀ ਰੋਂਦੇ ਆ, ਜਦੋਂ ਨਹੀਂ ਪੈਂਦੀ ਅਸੀਂ ਤਾਂ ਵੀ ਭਾਈ ਸ਼ਾਹ ਰੋਂਦੇ ਆ। ਸਾਡੇ ਨਸੀਬਾਂ 'ਚ ਲਿਖਿਆ। ਨਮਾਜ਼ ਵੀਰ ਜੀ ਪੜਿਆ ਕਰੋ, ਅੱਲਾਹ ਕੋਲੋਂ ਦੁਆ ਮੰਗਿਆ ਕਰੋ ਕਿ ਮਾਲਕ ਆਪਣਾ ਫਜ਼ਲ ਤੇ ਰਹਿਮਤ ਕਰੇ। ਹਾਂਜੀ, ਅੱਗੇ ਕੱਢ। ਹਾਂਜੀ, ਮਾਰਦੇ ਹੱਥ ਨਵੀਂ ਸ਼ੁਰੂ ਕਰ।